ਬੱਚਿਓ, ਕੀ ਤੁਸੀਂ ਕਦੇ ਨੇਲ ਪਾਲਿਸ਼ ਹਟਾਉਣ ਵਾਲਾ ਰਿਮੂਵਰ ਵੇਖਿਆ ਹੈ? ਤੁਸੀਂ ਘਰ ਵਿੱਚ ਆਪਣੀ ਭੈਣ ਜਾਂ ਮਾਂ ਨੂੰ ਇਸ ਦੀ ਵਰਤੋਂ ਕਰਦਿਆਂ ਹੋਇਆਂ ਵੇਖਿਆ ਹੋਵੇਗਾ। ਕੀ ਤੁਸੀਂ ਇਸ ਨੇਲ ਪੇਂਟ ਰਿਮੂਵਰ ਦਾ ਰਸਾਇਣਿਕ ਨਾਂ ਦੱਸ ਸਕਦੇ ਹੋ? ਇਹ ਐਸੀਟੋਨ ਹੈ, ਜਿਸ ਦਾ ਰਸਾਇਣਿਕ ਸੂਤਰ CH3COCH3 ਹੈ। ਐਸੀਟੋਨ ਵਿੱਚ ਕਾਰਬੋਨਾइल ਗਰੁੱਪ ਹੁੰਦਾ ਹੈ। ਬੱਚਿਓ, ਯੌਗਿਕ ਦੋ ਤਰ੍ਹਾਂ ਦੇ ਹੁੰਦੇ ਹਨ, ਕਾਰਬਨਿਕ ਅਤੇ ਅਕਾਰਬਨਿਕ। ਕਾਰਬਨਿਕ ਯੌਗਿਕ ਕਈ ਤਰ੍ਹਾਂ ਦੇ ਹੁੰਦੇ ਹਨ। ਇਹਨਾਂ ਨੂੰ ਇਹਨਾਂ ਦੇ ਫੰਕਸ਼ਨਲ ਗਰੁੱਪਾਂ ਦੇ ਆਧਾਰ ਤੇ ਵੱਖ-ਵੱਖ ਕੀਤਾ ਜਾ ਸਕਦਾ ਹੈ। ਕਿਸੇ ਯੌਗਿਕ ਦੇ ਰਸਾਇਣਕ ਗੁਣਾਂ ਲਈ ਇਹ ਫੰਕਸ਼ਨਲ ਗਰੁੱਪ ਹੀ ਜ਼ਿੰਮੇਵਾਰ ਹੁੰਦੇ ਹਨ। ਜਿਵੇਂ ਐਲਡੀਹਾਈਡ ਕਾਰਬਨਿਕ ਯੌਗਿਕਾਂ ਵਿੱਚ ਐਲਡੀਹਾਈਡ ਫੰਕਸ਼ਨਲ ਗਰੁੱਪ ਹੁੰਦਾ ਹੈ। ਐਲਕੋਹਲ ਵਿੱਚ ਹਾਈਡਰੋਕਸਿਲ ਫੰਕਸ਼ਨਲ ਗਰੁੱਪ ਹੁੰਦਾ ਹੈ। ਕੀਟੋਨ ਕਾਰਬਨਿਕ ਯੌਗਿਕਾਂ ਵਿੱਚ ਕੀਟੋਨਿਕ ਫੰਕਸ਼ਨਲ ਗਰੁੱਪ ਹੁੰਦਾ ਹੈ। ਐਲਡੀਹਾਈਡ ਅਤੇ ਕੀਟੋਨ ਕਾਰਬਨਿਕ ਯੌਗਿਕਾਂ ਦਾ ਇੱਕ ਪਰਿਵਾਰ ਬਣਾਉਂਦੇ ਹਨ, ਜਿਨ੍ਹਾਂ ਨੂੰ ਕਾਰਬੋਨਾइल ਯੌਗਿਕ ਕਹਿੰਦੇ ਹਨ। ਅੱਜ ਅਸੀਂ ਵਿਸਥਾਰ ਨਾਲ ਕਾਰਬੋਨਾइल ਯੌਗਿਕਾਂ ਬਾਰੇ ਪੜ੍ਹਾਂਗੇ। ਐਲਡੀਹਾਈਡ ਵਿੱਚ ਟਰਮੀਨਲ ਜਾਂ ਕਾਰਬਨ ਲੜੀ ਦੇ ਅੰਤ ਵਿੱਚ ਕਾਰਬੋਨਾइल ਗਰੁੱਪ ਹੁੰਦਾ ਹੈ। ਐਲਡੀਹਾਈਡ ਉਹਨਾਂ ਯੌਗਿਕਾਂ ਦੀ ਸਮਜਾਤੀ ਲੜੀ ਹੈ ਜਿਨ੍ਹਾਂ ਵਿੱਚ ਐਲਡੀਹਾਈਡ ਫੰਕਸ਼ਨਲ ਗਰੁੱਪ ਹੁੰਦਾ ਹੈ। ਇਹਨਾਂ ਦਾ ਨਾਮਕਰਨ ਕਰਦੇ ਸਮੇਂ ਸੰਗਤ ਐਲਕੇਨ ਦੇ ਨਾਂ ਤੇ ਆਖਰੀ ਅੱਖਰ ਈ ਦੀ ਥਾਂ ਅਲ ਜਾਂ AL ਸ਼ਬਦ ਜੋੜਿਆ ਜਾਂਦਾ ਹੈ। ਜਿਵੇਂ ਕਿ ਤੁਸੀਂ ਸਕਰੀਨ ਤੇ ਵੇਖ ਰਹੇ ਹੋ, ਐਲਕੇਨ ਦੇ ਆਖਰੀ ਅੱਖਰ ਈ ਦੀ ਥਾਂ AL ਜੋੜਨ ਨਾਲ ਐਲਕਾਨਲ ਬਣ ਜਾਂਦਾ ਹੈ। ਇਸ ਤਰ੍ਹਾਂ ਐਲਡੀਹਾਈਡ ਨੂੰ ਐਲਕਾਨਲ ਵੀ ਕਿਹਾ ਜਾਂਦਾ ਹੈ। ਬੱਚਿਓ, ਆਓ ਐਲਡੀਹਾਈਡ ਸਮਜਾਤੀ ਲੜੀ ਦੇ ਪਹਿਲੇ 3 ਮੈਂਬਰਾਂ ਦੇ ਨਾਂ ਲਿਖਦੇ ਹਾਂ। ਮੀਥੇਨ ਦੇ ਆਖਰੀ ਅੱਖਰ ਈ ਦੀ ਥਾਂ ਅਲ ਜਾਂ AL ਸ਼ਬਦ ਜੋੜਨ ਨਾਲ ਮਿਥਾਨਲ ਐਲਡੀਹਾਈਡ ਸਮਜਾਤੀ ਲੜੀ ਦੇ ਪਹਿਲੇ ਮੈਂਬਰ ਦਾ ਨਾਂ ਲਿਖਿਆ ਜਾਂਦਾ ਹੈ। ਇਸੇ ਤਰ੍ਹਾਂ ਈਥੇਨ ਦੇ ਆਖਰੀ ਅੱਖਰ ਈ ਦੀ ਥਾਂ ਅਲ ਜਾਂ AL ਸ਼ਬਦ ਜੋੜਨ ਨਾਲ ਇਥਾਨਲ ਐਲਡੀਹਾਈਡ ਸਮਜਾਤੀ ਲੜੀ ਦੇ ਦੂਜੇ ਮੈਂਬਰ ਦਾ ਨਾਂ ਲਿਖਿਆ ਜਾਂਦਾ ਹੈ। ਇਸੇ ਤਰ੍ਹਾਂ ਪ੍ਰੋਪੇਨ ਦੇ ਆਖਰੀ ਅੱਖਰ ਈ ਦੀ ਥਾਂ ਅਲ ਜਾਂ AL ਜੋੜਨ ਨਾਲ ਪ੍ਰੋਪੇਨਲ ਐਲਡੀਹਾਈਡ ਸਮਜਾਤੀ ਲੜੀ ਦੇ ਤੀਜੇ ਮੈਂਬਰ ਦਾ ਨਾਂ ਲਿਖਿਆ ਜਾਂਦਾ ਹੈ। ਐਲਡੀਹਾਈਡ ਦਾ ਆਮ ਸੂਤਰ CnH2n+1 CHO ਹੈ। N is equal to 0, 1, 2, 3। ਆਓ ਐਲਡੀਹਾਈਡ ਦੇ ਆਮ ਸੂਤਰ ਦੀ ਮਦਦ ਨਾਲ ਕੁਝ ਐਲਡੀਹਾਈਡ ਦੇ ਅਣੂ ਸੂਤਰ ਲਿਖਣ ਦੀ ਕੋਸ਼ਿਸ਼ ਕਰੀਏ। ਆਮ ਸੂਤਰ ਵਿੱਚ N ਦਾ ਮਾਨ 0 ਰੱਖਣ ਤੇ ਅਸੀਂ ਐਲਡੀਹਾਈਡ ਸਮਜਾਤੀ ਲੜੀ ਦੇ ਪਹਿਲੇ ਯੌਗਿਕ ਦੇ ਸੂਤਰ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ। HCHO ਇਸ ਦਾ ਸਾਧਾਰਨ ਨਾਂ ਫਾਰਮੈਲਡੀਹਾਈਡ ਹੈ। ਇਸ ਦਾ IUPAC ਨਾਮ ਮੀਥਾਨਲ ਹੈ। ਇਸ ਆਮ ਸੂਤਰ ਵਿੱਚ N ਦਾ ਮਾਨ 1 ਰੱਖਣ ਤੇ ਅਸੀਂ ਐਲਡੀਹਾਈਡ ਸਮਜਾਤੀ ਲੜੀ ਦੇ ਦੂਜੇ ਯੌਗਿਕ ਦੇ ਸੂਤਰ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ। CH3CHO ਇਸ ਦਾ ਸਾਧਾਰਨ ਨਾਂ ਐਸੀਟੈਲਡੀਹਾਈਡ ਹੈ। ਇਸ ਦਾ IUPAC ਨਾਮ ਈਥਾਨਲ ਹੈ। ਇਸ ਆਮ ਸੂਤਰ ਵਿੱਚ N ਦਾ ਮਾਨ 2 ਰੱਖਣ ਤੇ ਅਸੀਂ ਐਲਡੀਹਾਈਡ ਸਮਜਾਤੀ ਲੜੀ ਦੇ ਤੀਸਰੇ ਮੈਂਬਰ ਦੇ ਸੂਤਰ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ। C2H5CHO ਇਸ ਦਾ ਸਾਧਾਰਨ ਨਾਂ ਪ੍ਰੋਪੀਓਨ ਐਲਡੀਹਾਈਡ ਹੈ। ਇਸ ਦਾ IUPAC ਨਾਮ
ਪ੍ਰੋਪੇਨਲ ਹੈ। ਇਸ ਆਮ ਸੂਤਰ ਵਿੱਚ n ਦਾ ਮਾਨ 3 ਰੱਖਣ ਤੇ ਐਲਡੀਹਾਈਡ ਸਮਝਾਤੀ ਲੜੀ ਦੇ ਚੌਥੇ ਮੈਂਬਰ ਦੇ ਸੂਤਰ ਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ C3H7CHO। ਇਸ ਦਾ ਸਾਧਾਰਨ ਨਾਂ ਬਿਊਟਾਇਰ ਐਲਡੀਹਾਈਡ ਹੈ। ਇਸ ਦਾ IUPAC ਨਾਮ ਹੈ ਬਿਊਟਾਨਲ। ਇਸ ਤਰ੍ਹਾਂ ਅਸੀਂ ਐਲਡੀਹਾਈਡ ਸਮਝਾਤੀ ਲੜੀ ਦੇ ਬਹੁਤ ਸਾਰੇ ਯੌਗਿਕਾਂ ਦੇ ਸੂਤਰ ਲਿਖ ਸਕਦੇ ਹਾਂ। ਬੱਚਿਓ, ਹੁਣ ਅਸੀਂ ਮੀਥਾਨਲ ਦੀ ਤਿਆਰੀ ਅਤੇ ਮੀਥਾਨਲ ਦੇ ਗੁਣਾਂ ਬਾਰੇ ਪੜਾਂਗੇ। ਮੀਥਾਨਲ ਬਣਾਉਣ ਦੀ ਤਿਆਰੀ। ਮੀਥਾਨਲ ਨੂੰ ਫਾਰਮੈਲਡੀਹਾਈਡ ਵਜੋਂ ਵੀ ਜਾਣਿਆ ਜਾਂਦਾ ਹੈ। ਮੀਥਾਨਲ ਬਣਾਉਣ ਦੇ ਕਈ ਤਰੀਕੇ ਹਨ। ਆਓ ਮੀਥਾਨੋਲ ਤੋਂ ਮੀਥਾਨਲ ਬਣਾਉਣ ਦੀ ਵਿਧੀ ਬਾਰੇ ਚਰਚਾ ਕਰਦੇ ਹਾਂ। 573 ਕੈਲਵਿਨ ਤਾਪ ਤੇ ਮੀਥਾਨੋਲ ਵਾਸ਼ਪਾਂ ਨੂੰ ਗਰਮ ਤਾਂਬੇ ਉੱਪਰੋਂ ਲੰਘਾ ਕੇ 573 ਕੈਲਵਿਨ ਤਾਪ ਤੇ ਮੀਥਾਨੋਲ ਵਾਸ਼ਪਾਂ ਨੂੰ ਗਰਮ ਤਾਂਬੇ ਉੱਪਰੋਂ ਲੰਘਾ ਕੇ ਫਾਰਮੈਲਡੀਹਾਈਡ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਰਸਾਇਣਕ ਕਿਰਿਆ ਵਿੱਚ ਹਾਈਡਰੋਜਨ ਗੈਸ ਵੀ ਬਣਦੀ ਹੈ। ਵਿਦਿਆਰਥੀਓ, ਜਦੋਂ ਮੀਥਾਨੋਲ ਦਾ ਆਕਸੀਕਰਨ ਤੇਜ਼ਾਬੀ ਪੋਟਾਸ਼ੀਅਮ ਡਾਈਕ੍ਰੋਮੇਟ ਨਾਲ ਹੁੰਦਾ ਹੈ ਤਾਂ ਮੀਥਾਨਲ ਅਤੇ ਪਾਣੀ ਬਣਦਾ ਹੈ। ਮੀਥਾਨਲ ਤਿਆਰ ਕਰਨ ਦੀ ਤੀਸਰੀ ਵਿਧੀ ਹੈ ਕੈਲਸ਼ੀਅਮ ਦੇ ਲੂਣਾਂ ਦੇ ਕਸ਼ੀਦਣ ਤੋਂ। ਮੀਥਾਨਲ ਕੈਲਸ਼ੀਅਮ ਫਾਰਮੇਟ ਦੇ ਕਸ਼ੀਦਣ ਤੋਂ ਵੀ ਤਿਆਰ ਕੀਤਾ ਜਾ ਸਕਦਾ ਹੈ। ਕੈਲਸ਼ੀਅਮ ਫਾਰਮੇਟ ਦੇ ਕਸ਼ੀਦਣ ਤੋਂ ਫਾਰਮੈਲਡੀਹਾਈਡ ਅਤੇ ਕੈਲਸ਼ੀਅਮ ਕਾਰਬੋਨੇਟ ਬਣਦਾ ਹੈ। ਵਿਦਿਆਰਥੀਓ, ਹੁਣ ਅਸੀਂ ਮੀਥਾਨਲ ਦੇ ਗੁਣ ਪੜਾਂਗੇ। ਸਭ ਤੋਂ ਪਹਿਲਾਂ ਅਸੀਂ ਇਸ ਦੇ ਭੌਤਿਕ ਗੁਣਾਂ ਤੇ ਵਿਚਾਰ ਕਰਦੇ ਹਾਂ। ਫਾਰਮੈਲਡੀਹਾਈਡ ਸਾਧਾਰਨ ਤਾਪਮਾਨ ਤੇ ਗੈਸ ਅਵਸਥਾ ਵਿੱਚ ਹੁੰਦਾ ਹੈ। ਇਸ ਦਾ ਪਿਘਲਾਓ ਦਰਜਾ -92 ਡਿਗਰੀ ਸੈਲਸੀਅਸ ਹੁੰਦਾ ਹੈ। ਇਸ ਦਾ ਉਬਾਲ ਦਰਜਾ 252 ਕੈਲਵਿਨ ਹੁੰਦਾ ਹੈ। ਫਾਰਮੈਲਡੀਹਾਈਡ ਪਾਣੀ ਵਿੱਚ ਘੁਲ ਸਕਦਾ ਹੈ। 40% ਮੀਥਾਨਲ ਦੇ ਘੋਲ ਨੂੰ ਫਾਰਮੈਲਿਨ ਕਹਿੰਦੇ ਹਨ। ਬੱਚਿਓ, ਅਸੀਂ ਫਾਰਮੈਲਡੀਹਾਈਡ ਦੇ ਕੁਝ ਭੌਤਿਕ ਗੁਣਾਂ ਬਾਰੇ ਪੜ ਚੁੱਕੇ ਹਾਂ। ਹੁਣ ਅਸੀਂ ਫਾਰਮੈਲਡੀਹਾਈਡ ਦੇ ਕੁਝ ਰਸਾਇਣਕ ਗੁਣਾਂ ਦੀ ਚਰਚਾ ਕਰਦੇ ਹਾਂ। ਅਸੀਂ ਇਸ ਦੇ ਆਕਸੀਕਰਨ, ਲਘੂਕਰਨ ਅਤੇ ਹਾਈਡਰੋਜਨ ਸਾਇਨਾਈਡ ਨਾਲ ਕਿਰਿਆ ਬਾਰੇ ਇੱਕ-ਇੱਕ ਕਰਕੇ ਵਿਚਾਰ ਕਰਾਂਗੇ। ਫਾਰਮੈਲਡੀਹਾਈਡ ਦੇ ਰਸਾਇਣਕ ਗੁਣ। ਆਕਸੀਕਰਨ। ਆਕਸੀਕਾਰਕ ਅਭਿਕਾਰਕਾਂ ਦੀ ਮੌਜੂਦਗੀ ਵਿੱਚ ਮਿਥਾਨਲ ਆਕਸੀਕ੍ਰਿਤ ਹੋ ਕੇ ਮਿਥਾਨੋਇਕ ਐਸਿਡ ਬਣਾਉਂਦਾ ਹੈ। ਲਘੂਕਰਨ। ਮਿਥਾਨਲ ਹਾਈਡਰੋਜਨ ਨਾਲ ਪੈਲੇਡੀਅਮ ਉਤਪ੍ਰੇਰਕ ਦੀ ਮੌਜੂਦਗੀ ਵਿੱਚ ਕਿਰਿਆ ਕਰਕੇ ਮਿਥਾਨੋਲ ਬਣਾਉਂਦਾ ਹੈ। ਹਾਈਡਰੋਜਨ ਸਾਇਨਾਈਡ ਨਾਲ ਕਿਰਿਆ। ਮਿਥਾਨਲ ਹਾਈਡਰੋਜਨ ਸਾਇਨਾਈਡ ਨਾਲ ਕਿਰਿਆ ਕਰਕੇ ਮਿਥਾਨਲ ਸਾਇਨੋਹਾਈਡਰਿਨ ਬਣਾਉਂਦਾ ਹੈ। ਟੋਲੈਂਸ ਅਭਿਕਾਰਕ ਨਾਲ ਕਿਰਿਆ। ਚਲੋ ਹੁਣ ਮੀਥਾਨਲ ਅਤੇ ਟੋਲੈਂਸ ਅਭਿਕਾਰਕ ਦੀ ਪ੍ਰਤੀਕਿਰਿਆ ਨੂੰ ਵੇਖਦੇ ਹਾਂ। ਮੀਥਾਨਲ ਟੋਲੈਂਸ ਅਭਿਕਾਰਕ ਨਾਲ ਕਿਰਿਆ ਕਰਕੇ ਮਿਥਾਨੋਇਕ ਅਮਲ, ਮੈਟੈਲਿਕ ਸਿਲਵਰ, ਅਮੋਨੀਆ ਅਤੇ ਪਾਣੀ ਬਣਾਉਂਦਾ ਹੈ। ਇਸ ਕਿਰਿਆ ਦੇ ਪੂਰੇ ਹੋਣ ਤੋਂ ਬਾਅਦ ਧਾਤਵੀ ਚਾਂਦੀ ਦੀ ਪਰਤ ਪਰਖਣਲੀ ਦੇ ਪਾਸਿਆਂ ਤੇ ਜਮ੍ਹਾਂ ਹੋ ਜਾਂਦੀ ਹੈ। ਫੈਲਿੰਗ ਘੋਲ ਕਿਰਿਆ। ਕੀ ਹੁੰਦਾ ਹੈ ਜਦੋਂ ਮੀਥਾਨਲ ਫੈਲਿੰਗ ਘੋਲ A ਅਤੇ B ਨਾਲ ਕਿਰਿਆ ਕਰਦਾ ਹੈ? ਫੈਲਿੰਗ ਘੋਲ A ਕਾਪਰ ਸਲਫੇਟ ਦਾ ਘੋਲ ਹੈ। ਫੈਲਿੰਗ ਘੋਲ B ਸੋਡੀਅਮ ਹਾਈਡਰੋਕਸਾਈਡ ਘੋਲ
ਅਤੇ ਸੋਡੀਅਮ ਪੋਟਾਸ਼ੀਅਮ ਟਾਰਟਰੇਟ ਦਾ ਘੋਲ ਹੈ। ਜਦੋਂ ਅਸੀਂ ਫੈਲਿੰਗ ਘੋਲ A ਅਤੇ B ਨੂੰ ਬਰਾਬਰ ਅਨੁਪਾਤ ਵਿੱਚ ਮਿਲਾਉਂਦੇ ਹਾਂ ਤਾਂ ਸਾਨੂੰ ਨੀਲੇ ਰੰਗ ਦਾ ਘੋਲ ਪ੍ਰਾਪਤ ਹੁੰਦਾ ਹੈ। ਮੀਥਾਨਲ ਫੈਲਿੰਗ ਘੋਲ A ਅਤੇ B ਨਾਲ ਕਿਰਿਆ ਕਰਕੇ ਸੋਡੀਅਮ ਮੀਥਾਨੋਏਟ ਲਾਲ ਰੰਗ ਦਾ ਕਾਪਰ ਆਕਸਾਈਡ ਅਤੇ ਪਾਣੀ ਬਣਾਉਂਦੇ ਹਨ। ਅਸੀਂ ਫਾਰਮੈਲਡੀਹਾਈਡ ਦੀ ਤਿਆਰੀ, ਭੌਤਿਕ ਅਤੇ ਰਸਾਇਣਕ ਗੁਣਾਂ ਤੇ ਚਰਚਾ ਕਰ ਚੁੱਕੇ ਹਾਂ। ਹੁਣ ਸਮਾਂ ਹੈ ਫਾਰਮੈਲਡੀਹਾਈਡ ਦੀ ਉਪਯੋਗਿਤਾ ਬਾਰੇ ਜਾਣਨ ਦਾ। ਫਾਰਮੈਲਡੀਹਾਈਡ ਦੀ ਉਪਯੋਗਿਤਾ। ਕੀ ਤੁਸੀਂ ਜਾਣਦੇ ਹੋ ਕਿ ਫਾਰਮੈਲਡੀਹਾਈਡ ਦੇ ਕੀ ਉਪਯੋਗ ਹੁੰਦੇ ਹਨ? ਚਲੋ ਹੁਣ ਫਾਰਮੈਲਡੀਹਾਈਡ ਦੀ ਉਪਯੋਗਿਤਾ ਬਾਰੇ ਚਰਚਾ ਕਰੀਏ। ਇਹ ਸ਼ੀਸ਼ੇ ਨੂੰ ਚਾਂਦੀ ਦੀ ਪਾਲਿਸ਼ ਕਰਨ ਦੇ ਕੰਮ ਆਉਂਦਾ ਹੈ। ਇਸ ਨਾਲ ਸਿੰਥੈਟਿਕ ਰੰਗ ਬਣਾਏ ਜਾਂਦੇ ਹਨ। ਇਸ ਨਾਲ ਬੈਕੇਲਾਈਟ ਬਣਾਇਆ ਜਾਂਦਾ ਹੈ। 40% ਫਾਰਮੈਲਡੀਹਾਈਡ ਦਾ ਘੋਲ ਕ੍ਰਿਮੀਨਾਸ਼ਕ ਦੇ ਤੌਰ ਤੇ ਵਰਤਿਆ ਜਾਂਦਾ ਹੈ। ਬੱਚਿਓ, ਇਸ ਚਰਚਾ ਤੋਂ ਬਾਅਦ ਕੀ ਤੁਸੀਂ ਦੱਸ ਸਕਦੇ ਹੋ ਕਿ ਸਭ ਤੋਂ ਸਾਧਾਰਨ ਐਲਡੀਹਾਈਡ ਕਿਹੜਾ ਹੈ? ਹਾਂ, ਇਹ ਮਿਥਾਨਲ ਹੈ। ਆਓ ਇੱਕ ਵਾਰ ਫਿਰ ਕੁਝ ਹੋਰ ਐਲਡੀਹਾਈਡ ਦੇ ਅਣੂ ਫਾਰਮੂਲੇ ਵੇਖਦੇ ਹਾਂ। ਅਸੀਂ ਫਾਰਮੈਲਡੀਹਾਈਡ ਜਾਂ ਮਿਥਾਨਲ, ਐਸੀਟੈਲਡੀਹਾਈਡ ਜਾਂ ਇਥਾਨਲ, ਪ੍ਰੋਪਿਓਨੈਲਡੀਹਾਈਡ ਜਾਂ ਪ੍ਰੋਪੇਨਲ, ਸਾਧਾਰਨ ਬਿਊਟਾਇਰ ਐਲਡੀਹਾਈਡ ਜਾਂ ਬਿਊਟਾਨਲ ਦੇ ਅਣੂ ਫਾਰਮੂਲੇ ਵੇਖਦੇ ਹਾਂ। ਬੱਚਿਓ, ਹੁਣ ਤੱਕ ਅਸੀਂ ਐਲਡੀਹਾਈਡ ਬਾਰੇ ਗੱਲ ਕੀਤੀ। ਹੁਣ ਅਸੀਂ ਆਪਣਾ ਧਿਆਨ ਕੀਟੋਨ ਤੇ ਕੇਂਦਰਿਤ ਕਰਾਂਗੇ। ਕੀਟੋਨ ਵਿਚਲਾ ਫੰਕਸ਼ਨਲ ਗਰੁੱਪ ਵੀ ਕਾਰਬੋਨਾਈਲ ਗਰੁੱਪ ਹੁੰਦਾ ਹੈ, ਪਰ ਐਲਡੀਹਾਈਡ ਦੇ ਕੇਸ ਵਿੱਚ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਕਾਰਬਨ ਲੜੀ ਦੇ ਅੰਤਮ ਸਿਰੇ ਤੇ ਕਾਰਬੋਨਾਈਲ ਗਰੁੱਪ ਜੁੜੇ ਹੁੰਦੇ ਹਨ, ਜਦਕਿ ਕੀਟੋਨ ਵਿੱਚ ਇਹ ਕਾਰਬਨ ਲੜੀ ਦੇ ਵਿਚਕਾਰ ਆਉਂਦੇ ਹਨ। ਇਸ ਦਾ ਆਮ ਸੂਤਰ CnH2n+1 COCnH2n+1 ਹੈ। ਇੱਥੇ N is equal to 1, 2, 3 ਆਦਿ ਹੈ। ਕੀਟੋਨ ਦਾ ਵਿਆਪਕ ਫਾਰਮੂਲਾ RCOR ਹੈ। ਇੱਥੇ R ਐਲਕਾਈਲ ਗਰੁੱਪ ਨੂੰ ਦਰਸਾਉਂਦਾ ਹੈ। R ਇੱਕ ਸਮਾਨ ਜਾਂ ਭਿੰਨ-ਭਿੰਨ ਕੋਈ ਵੀ ਐਲਕਾਈਲ ਗਰੁੱਪ ਹੋ ਸਕਦੇ ਹਨ। ਬੱਚਿਓ, ਐਲਕਾਈਲ ਗਰੁੱਪ ਐਲਕੇਨ ਦੇ ਇੱਕ ਅਣੂ ਵਿੱਚੋਂ ਇੱਕ ਹਾਈਡਰੋਜਨ ਪਰਮਾਣੂ ਹਟਾਉਣ ਨਾਲ ਬਣਦਾ ਹੈ। ਜਿਵੇਂ ਮੀਥੇਨ ਵਿੱਚੋਂ ਇੱਕ ਹਾਈਡਰੋਜਨ ਹਟਾਉਣ ਤੇ ਮਿਥਾਈਲ ਗਰੁੱਪ ਬਣਦਾ ਹੈ। ਬੱਚਿਓ, ਕੀਟੋਨ ਉਹਨਾਂ ਯੌਗਿਕਾਂ ਦੀ ਸਮਜਾਤੀ ਲੜੀ ਹੈ ਜਿਨ੍ਹਾਂ ਵਿੱਚ ਕੀਟੋਨਿਕ ਫੰਕਸ਼ਨਲ ਗਰੁੱਪ ਹੁੰਦਾ ਹੈ। ਇਹਨਾਂ ਦਾ ਨਾਮਕਰਨ ਕਰਦੇ ਹੋਏ ਸੰਗਤ ਐਲਕੇਨ ਦੇ ਨਾਂ ਦੇ ਆਖਰੀ ਅੱਖਰ E ਦੀ ਥਾਂ ON ਜਾਂ ONE ਸ਼ਬਦ ਜੋੜਿਆ ਜਾਂਦਾ ਹੈ। ਜਿਵੇਂ ਕਿ ਸਕਰੀਨ ਤੇ ਵਿਖਾਇਆ ਜਾ ਰਿਹਾ ਹੈ, ਐਲਕੇਨ ਦੀ E ਹਟਾਉਣ ਤੇ ਅਤੇ ਉਸ ਦੀ ਜਗ੍ਹਾ ON ਜਾਂ ONE ਸ਼ਬਦ ਜੋੜਨ ਤੇ ਐਲਕੇਨੋਨ ਸ਼ਬਦ ਬਣ ਜਾਂਦਾ ਹੈ। ਇਸੇ ਤਰ੍ਹਾਂ ਕੀਟੋਨ ਨੂੰ ਐਲਕੇਨੋਨ ਵੀ ਕਿਹਾ ਜਾਂਦਾ ਹੈ। ਕੀਟੋਨ ਦਾ ਆਮ ਸੂਤਰ CnH2n+1 COCnH2n+1 ਹੈ। ਇਸ ਆਮ ਸੂਤਰ ਵਿੱਚ N ਦਾ ਮਾਨ 1 ਰੱਖਣ ਤੇ ਅਸੀਂ ਕੀਟੋਨ ਸਮਜਾਤੀ ਲੜੀ ਦੇ ਪਹਿਲੇ ਯੌਗਿਕ ਦੇ ਰਸਾਇਣਿਕ ਸੂਤਰ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ। CH3COCH3, ਇਸ ਦਾ ਨਾਂ ਐਸੀਟੋਨ ਹੈ। ਇਸ ਆਮ ਸੂਤਰ ਵਿੱਚ N ਦਾ ਮਾਨ 2 ਰੱਖਣ ਤੇ ਪੈਂਟੇਨ 2-ON ਯੌਗਿਕ ਦੇ ਰਸਾਇਣਿਕ ਸੂਤਰ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ। C2H5COC2H5।
ਅਸੀਂ ਇਸ ਤਰ੍ਹਾਂ ਕੀਟੋਨ ਸਮਝਾਤੀ ਲੜੀ ਦੇ ਬਹੁਤ ਸਾਰੇ ਮੈਂਬਰਾਂ ਦੇ ਰਸਾਇਣਿਕ ਸੂਤਰ ਲਿਖ ਸਕਦੇ ਹਾਂ। ਕੀਟੋਨ ਨੂੰ ਵਿਆਪਕ ਫਾਰਮੂਲਾ RCOR- ਰਾਹੀਂ ਵੀ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ R ਅਤੇ R' ਸਮਾਨ ਹਨ ਜਾਂ ਵੱਖਰੇ ਵੱਖਰੇ। ਉਦਾਹਰਣ ਲਈ ਐਸੀਟੋਨ CH3COCH3 ਵਿੱਚ R ਅਤੇ R' ਗਰੁੱਪ CH3 ਹੈ, ਪਰ ਬਿਊਟਾਨੋਨ CH3COC2H5 ਵਿੱਚ R ਅਤੇ R' ਗਰੁੱਪ CH3 ਅਤੇ C2H5 ਹੈ। ਕੀਟੋਨ ਵਿੱਚ ਕਾਰਬੋਨਾਈਲ ਗਰੁੱਪ ਦੀ ਸਥਿਤੀ ਦਾ ਪਤਾ ਲਗਾਉਣਾ ਜ਼ਰੂਰੀ ਹੈ, ਜਦਕਿ ਐਲਡੀਹਾਈਡ ਦੇ ਕੇਸ ਵਿੱਚ ਇਸ ਦੀ ਲੋੜ ਨਹੀਂ ਹੁੰਦੀ। ਇਸ ਦਾ ਕਾਰਨ ਇਹ ਹੈ ਕਿ ਕਾਰਬਨ ਲੜੀ ਵਿੱਚ ਕਾਰਬੋਨਾਈਲ ਗਰੁੱਪ ਸਭ ਤੋਂ ਅੰਤ ਵਿੱਚ ਮੌਜੂਦ ਹੁੰਦਾ ਹੈ, ਪਰ ਕੀਟੋਨ ਦੇ ਕੇਸ ਵਿੱਚ ਕਾਰਬੋਨਾਈਲ ਗਰੁੱਪ ਕਾਰਬਨ ਲੜੀ ਦੇ ਵਿਚਕਾਰ ਹੁੰਦਾ ਹੈ। ਇਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਉਦਾਹਰਣ ਲੈਂਦੇ ਹਾਂ। ਚਲੋ ਐਸੀਟੈਲਡੀਹਾਈਡ ਅਤੇ ਐਸੀਟੋਨ ਦੇ ਬਣਤਰੀ ਫਾਰਮੂਲੇ ਨੂੰ ਲਿਖਦੇ ਹਾਂ। ਐਸੀਟੈਲਡੀਹਾਈਡ ਵਿੱਚ ਕਾਰਬੋਨਾਈਲ ਗਰੁੱਪ ਕਾਰਬਨ ਲੜੀ ਵਿੱਚ ਸਭ ਤੋਂ ਅੰਤ ਵਿੱਚ ਮੌਜੂਦ ਹੁੰਦਾ ਹੈ। ਕੀਟੋਨ ਵਿੱਚ ਕਾਰਬੋਨਾਈਲ ਗਰੁੱਪ ਕਾਰਬਨ ਲੜੀ ਵਿੱਚ ਦੋ ਐਲਕਾਈਲ ਗਰੁੱਪਸ ਵਿੱਚ ਮੌਜੂਦ ਹੁੰਦਾ ਹੈ। ਬੱਚਿਓ, ਹੁਣ ਅਸੀਂ ਐਸੀਟੋਨ ਜਾਂ ਪ੍ਰੋਪੇਨ 2-ਓਨ ਦੀ ਤਿਆਰੀ ਅਤੇ ਇਸ ਦੇ ਗੁਣਾਂ ਬਾਰੇ ਪੜਾਂਗੇ। ਐਸੀਟੋਨ ਜਾਂ ਪ੍ਰੋਪੇਨ 2-ਓਨ ਤਿਆਰੀ। ਪ੍ਰਯੋਗਸ਼ਾਲਾ ਵਿੱਚ ਐਸੀਟੋਨ ਇਸ ਤਰ੍ਹਾਂ ਬਣਾਇਆ ਜਾਂਦਾ ਹੈ। ਜਦੋਂ ਕੈਲਸ਼ੀਅਮ ਐਸੀਟੇਟ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਐਸੀਟੋਨ ਬਣਦਾ ਹੈ। ਕਸ਼ੀਦਣ ਤੋਂ ਬਾਅਦ ਐਸੀਟੋਨ ਪ੍ਰਾਪਤ ਕੀਤਾ ਜਾਂਦਾ ਹੈ। ਇਸ ਕਿਰਿਆ ਵਿੱਚ ਕੈਲਸ਼ੀਅਮ ਕਾਰਬੋਨੇਟ ਵੀ ਬਣਦਾ ਹੈ। ਐਸੀਟੋਨ ਆਈਸੋਪ੍ਰੋਪਾਈਲ ਐਲਕੋਹਲ ਦੇ ਆਕਸੀਕਰਨ ਤੋਂ ਵੀ ਬਣਦਾ ਹੈ। ਆਈਸੋਪ੍ਰੋਪਾਈਲ ਐਲਕੋਹਲ ਜਦੋਂ ਤਾਂਬੇ ਉੱਪਰ 573 ਕੈਲਵਿਨ ਤਾਪਮਾਨ ਤੇ ਲੰਘਾਇਆ ਜਾਂਦਾ ਹੈ ਤਾਂ ਐਸੀਟੋਨ ਬਣਦਾ ਹੈ ਅਤੇ ਨਾਲ ਹਾਈਡਰੋਜਨ ਗੈਸ ਵੀ ਨਿਕਲਦੀ ਹੈ। ਐਸੀਟੋਨ ਦੇ ਗੁਣ। ਭੌਤਿਕ ਗੁਣ। ਇਸ ਦੀ ਭਿੰਨੀ ਭਿੰਨੀ ਗੰਧ ਹੁੰਦੀ ਹੈ। ਇਹ 56 ਡਿਗਰੀ ਸੈਲਸੀਅਸ ਤੇ ਉਬਲਦਾ ਹੈ। ਇਹ ਬਹੁਤ ਜਲਣਸ਼ੀਲ ਹੈ। ਰਸਾਇਣਕ ਗੁਣ। ਆਕਸੀਕਰਨ। ਐਸੀਟੋਨ ਪੋਟਾਸ਼ੀਅਮ ਡਾਈਕ੍ਰੋਮੇਟ ਨਾਲ ਸਲਫਿਊਰਿਕ ਐਸਿਡ ਦੀ ਮੌਜੂਦਗੀ ਵਿੱਚ ਕਿਰਿਆ ਕਰਕੇ ਇਥੇਨੋਇਕ ਅਮਲ ਕਾਰਬਨ ਡਾਈਆਕਸਾਈਡ ਅਤੇ ਪਾਣੀ ਉਤਪੰਨ ਕਰਦਾ ਹੈ। ਲਘੂਕਰਨ। ਪ੍ਰੋਪੇਨ 2-ਓਨ ਸੋਡੀਅਮ ਬੋਰੋਹਾਈਡਰਾਈਡ ਨਾਲ ਕਿਰਿਆ ਕਰਕੇ ਲਘੂਕਰਨ ਉਪਰੰਤ ਪ੍ਰੋਪੇਨ 2-ਓਲ ਬਣ ਜਾਂਦਾ ਹੈ। ਹਾਈਡਰੋਜਨ ਸਾਇਨਾਈਡ ਨਾਲ ਕਿਰਿਆ। ਵਿਦਿਆਰਥੀਓ, ਜਦੋਂ ਪ੍ਰੋਪੇਨ 2-ਓਨ ਦੀ ਹਾਈਡਰੋਜਨ ਸਾਇਨਾਈਡ ਨਾਲ ਕਿਰਿਆ ਕਰਵਾਈ ਜਾਂਦੀ ਹੈ ਤਾਂ ਪ੍ਰੋਪੇਨ ਸਾਇਨੋਹਾਈਡਰਿਨ ਬਣਦਾ ਹੈ। ਐਸੀਟੋਨ ਦੇ ਉਪਯੋਗ। ਬੱਚਿਓ, ਇਹ ਸੈਲੂਲੋਜ਼, ਨਾਈਟ੍ਰੇਟ ਅਤੇ ਰੇਜ਼ਿੰਗ ਲਈ ਘੋਲਕ ਵਜੋਂ ਵਰਤਿਆ ਜਾਂਦਾ ਹੈ। ਇਹ ਕਲੋਰੋਫਾਰਮ, ਆਈਡੋਫਾਰਮ ਦੀ ਤਿਆਰੀ ਲਈ ਵਰਤਿਆ ਜਾਂਦਾ ਹੈ। ਬੱਚਿਓ, ਅਜਿਹੇ ਕਈ ਕਾਰਬਨਿਕ ਯੌਗਿਕ ਹਨ ਜਿਨ੍ਹਾਂ ਵਿੱਚ ਕਾਰਬੋਨਾਈਲ ਗਰੁੱਪ ਹੁੰਦੇ ਹਨ। ਇਹਨਾਂ ਵਿੱਚੋਂ ਇੱਕ ਹੈ ਕਾਰਬੋਕਸਿਲਿਕ ਐਸਿਡ। ਇਸ ਵਿੱਚ COOH ਫੰਕਸ਼ਨਲ ਗਰੁੱਪ ਹੁੰਦਾ ਹੈ। ਕਾਰਬੋਕਸਿਲਿਕ ਐਸਿਡ ਉਹਨਾਂ ਯੌਗਿਕਾਂ ਦੀ ਸਮਝਾਤੀ ਲੜੀ ਹੈ ਜਿਨ੍ਹਾਂ ਵਿੱਚ ਕਾਰਬੋਕਸਿਲ ਗਰੁੱਪ ਹੁੰਦਾ ਹੈ। ਇਹਨਾਂ ਦਾ ਨਾਮਕਰਨ ਕਰਦੇ ਸਮੇਂ ਸੰਗਤ ਐਲਕੇਨ ਦੇ ਨਾਂ ਦੇ ਆਖਰੀ ਅੱਖਰ E ਦੀ ਥਾਂ OIC ਐਸਿਡ ਜਾਂ OIC ਐਸਿਡ ਜੋੜਿਆ ਜਾਂਦਾ ਹੈ। ਜਿਵੇਂ ਕਿ ਤੁਸੀਂ ਸਕਰੀਨ ਤੇ ਵੇਖ ਰਹੇ ਹੋ, ਐਲਕੇਨ ਦੇ ਆਖਰੀ ਅੱਖਰ E ਦੀ ਥਾਂ OIC ਐਸਿਡ ਜੋੜਨ ਨਾਲ ਐਲਕੇਨੋਇਕ ਐਸਿਡ ਬਣ ਜਾਵੇਗਾ। ਕਾਰਬੋਕਸਿਲਿਕ ਐਸਿਡ ਦਾ ਆਮ ਸੂਤਰ CnH2n+1
COOH ਹੈ। ਇੱਥੇ N is equal to 0, 1, 2, 3 ਆਦਿ। ਇਸ ਆਮ ਸੂਤਰ ਵਿੱਚ N ਦਾ ਮਾਨ N is equal to 0 ਰੱਖਣ ਤੇ ਕਾਰਬੋਕਸਿਲਿਕ ਸਮਝਾਤੀ ਲੜੀ ਦਾ ਪਹਿਲੇ ਮੈਂਬਰ ਦਾ ਅਣੂ ਸੂਤਰ ਇਸ ਤਰ੍ਹਾਂ ਲਿਖ ਸਕਦੇ ਹਾਂ HCOOH। ਇਸ ਦਾ ਸਾਧਾਰਨ ਨਾਂ ਫਾਰਮਿਕ ਐਸਿਡ ਅਤੇ IUPAC ਨਾਂ ਮਿਥਾਨੋਇਕ ਐਸਿਡ। ਜੇਕਰ ਇਸ ਆਮ ਸੂਤਰ ਵਿੱਚ N ਦਾ ਮਾਨ N is equal to 1 ਰੱਖੀਏ ਤਾਂ ਕਾਰਬੋਕਸਿਲਿਕ ਐਸਿਡ ਸਮਝਾਤੀ ਲੜੀ ਦੇ ਦੂਜੇ ਮੈਂਬਰ ਦਾ ਸੂਤਰ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ CH3COOH। ਇਸ ਦਾ ਸਾਧਾਰਨ ਨਾਂ ਐਸੀਟਿਕ ਐਸਿਡ ਅਤੇ IUPAC ਨਾਂ ਇਥੇਨੋਇਕ ਐਸਿਡ ਹੈ। ਇਸ ਆਮ ਸੂਤਰ ਵਿੱਚ N ਦਾ ਮਾਨ N is equal to 2 ਰੱਖਣ ਤੇ ਕਾਰਬੋਕਸਿਲਿਕ ਸਮਝਾਤੀ ਲੜੀ ਦੇ ਤੀਜੇ ਮੈਂਬਰ ਦਾ ਸੂਤਰ ਇਸ ਤਰ੍ਹਾਂ ਲਿਖ ਸਕਦੇ ਹਾਂ CH3CH2COOH। ਇਸ ਦਾ ਆਮ ਨਾਂ ਪ੍ਰੋਪਿਓਨਿਕ ਐਸਿਡ ਅਤੇ IUPAC ਨਾਂ ਪ੍ਰੋਪੇਨੋਇਕ ਐਸਿਡ ਹੈ। ਇਸ ਤਰ੍ਹਾਂ ਅਸੀਂ ਕਾਰਬੋਕਸਿਲਿਕ ਐਸਿਡ ਸਮਝਾਤੀ ਲੜੀ ਦੇ ਬਾਕੀ ਮੈਂਬਰ ਦੇ ਸੂਤਰ ਲਿਖ ਸਕਦੇ ਹਾਂ। ਵਿਦਿਆਰਥੀਓ, ਹੁਣ ਅਸੀਂ ਇਥਾਨੋਇਕ ਐਸਿਡ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਹੈ ਬਾਰੇ ਪੜਾਂਗੇ। ਪਹਿਲੀ ਵਿਧੀ ਹੈ ਇਥਾਨੋਲ ਤੋਂ। ਇਥਾਨੋਲ ਦੇ ਆਕਸੀਕਰਨ ਤੋਂ ਬਾਅਦ ਇਥਾਨੋਇਕ ਐਸਿਡ ਬਣਦਾ ਹੈ। ਇਥਾਨੋਲ ਆਕਸੀਕਾਰਕ, ਅਭਿਕਾਰਕ ਤੇਜ਼ਾਬੀ ਪੋਟਾਸ਼ੀਅਮ ਡਾਈਕ੍ਰੋਮੇਟ ਨਾਲ ਕਿਰਿਆ ਕਰਕੇ ਇਥਾਨਲ ਅਤੇ ਇਥਾਨੋਇਕ ਐਸਿਡ ਬਣਾਉਂਦਾ ਹੈ। ਮਿਥਾਈਲ ਸਾਇਨਾਈਡ ਤੋਂ। ਵਿਦਿਆਰਥੀਓ, ਜਦੋਂ ਮਿਥਾਈਲ ਸਾਇਨਾਈਡ ਵਿੱਚ ਪਾਣੀ ਮਿਲਾਇਆ ਜਾਂਦਾ ਹੈ ਤਾਂ ਹਾਈਡਰੋਲਿਸਿਸ ਦੀ ਕਿਰਿਆ ਉਪਰੰਤ ਇਥਾਨੋਇਕ ਐਸਿਡ ਅਤੇ ਅਮੋਨੀਆ ਬਣਦਾ ਹੈ। ਪਾਣੀ ਵਿੱਚ ਥੋੜਾ ਜਿਹਾ ਤੇਜ਼ਾਬ ਹਾਈਡਰੋਕਲੋਰਿਕ ਐਸਿਡ ਵੀ ਮਿਲਾਇਆ ਜਾਂਦਾ ਹੈ। ਵਿਦਿਆਰਥੀਓ, ਹੁਣ ਅਸੀਂ ਇਥਾਨੋਇਕ ਐਸਿਡ ਦੇ ਭੌਤਿਕ ਅਤੇ ਰਸਾਇਣਿਕ ਗੁਣਾਂ ਬਾਰੇ ਪੜਾਂਗੇ। ਇਥਾਨੋਇਕ ਐਸਿਡ। ਐਸਿਡ ਦੇ ਭੌਤਿਕ ਗੁਣ ਇਸ ਤਰ੍ਹਾਂ ਹਨ। ਇਹ ਇੱਕ ਰੰਗਹੀਨ ਅਤੇ ਤਿੱਖੀ ਗੰਧ ਵਾਲਾ ਤਰਲ ਪਦਾਰਥ ਹੈ। ਇਹ 16.5 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ਤੇ ਠੋਸ ਅਵਸਥਾ ਵਿੱਚ ਬਦਲਦਾ ਹੈ। ਇਹ 118 ਡਿਗਰੀ ਸੈਲਸੀਅਸ ਤਾਪਮਾਨ ਤੇ ਉਬਲਦਾ ਹੈ। ਇਹ ਪਾਣੀ ਵਿੱਚ ਘੁਲਣਸ਼ੀਲ ਹੁੰਦਾ ਹੈ। ਇਥਾਨੋਇਕ ਐਸਿਡ ਦੇ ਰਸਾਇਣਿਕ ਗੁਣ। ਸੋਡੀਅਮ ਧਾਤੂ ਨਾਲ ਕਿਰਿਆ। ਇਥਾਨੋਇਕ ਐਸਿਡ ਸੋਡੀਅਮ ਧਾਤੂ ਨਾਲ ਕਿਰਿਆ ਕਰਕੇ ਸੋਡੀਅਮ ਐਸੀਟੇਟ ਅਤੇ ਹਾਈਡਰੋਜਨ ਗੈਸ ਬਣਾਉਂਦਾ ਹੈ। ਇਥਾਨੋਲ ਨਾਲ ਕਿਰਿਆ। ਇਥਾਨੋਇਕ ਐਸਿਡ ਗਾੜੇ ਸਲਫਿਊਰਿਕ ਐਸਿਡ ਦੀ ਮੌਜੂਦਗੀ ਵਿੱਚ ਇਥਾਨੋਲ ਨਾਲ ਕਿਰਿਆ ਕਰਕੇ ਇਥਾਈਲ ਇਥੇਨੋਏਟ ਅਤੇ ਪਾਣੀ ਬਣਾਉਂਦਾ ਹੈ। ਅਮੋਨੀਆ ਨਾਲ ਕਿਰਿਆ। ਇਥਾਨੋਇਕ ਐਸਿਡ ਅਮੋਨੀਆ ਨਾਲ ਕਿਰਿਆ ਕਰਕੇ ਇਥੇਨਾਮਾਈਡ ਅਤੇ ਪਾਣੀ ਬਣਾਉਂਦਾ ਹੈ। ਸੋਡਾ ਲਾਈਮ ਨਾਲ ਕਿਰਿਆ। ਇਥਾਨੋਇਕ ਐਸਿਡ ਸੋਡਾ ਲਾਈਮ ਨਾਲ ਕਿਰਿਆ ਕਰਕੇ ਮਿਥੇਨ ਅਤੇ ਸੋਡੀਅਮ ਕਾਰਬੋਨੇਟ ਬਣਾਉਂਦਾ ਹੈ। ਸੋਡਾ ਲਾਈਮ 3 ਭਾਗ ਸੋਡੀਅਮ ਹਾਈਡਰੋਕਸਾਈਡ ਅਤੇ 1 ਭਾਗ ਕੈਲਸ਼ੀਅਮ ਆਕਸਾਈਡ ਤੋਂ ਬਣਦਾ ਹੈ। ਇਥਾਨੋਇਕ ਐਸਿਡ ਦੀ ਉਪਯੋਗਿਤਾ। ਇਹ ਪ੍ਰਯੋਗਸ਼ਾਲਾਵਾਂ ਵਿੱਚ ਘੋਲਕ ਅਤੇ ਪ੍ਰਯੋਗਸ਼ਾਲਾ ਅਭਿਕਾਰਕ ਵਜੋਂ ਵਰਤਿਆ ਜਾਂਦਾ ਹੈ। ਇਹ ਐਸੀਟਿਕ ਐਨਹਾਈਡਰਾਈਡ ਅਤੇ ਐਸੀਟੋਨ ਦੀ ਤਿਆਰੀ ਵਿੱਚ ਵਰਤਿਆ ਜਾਂਦਾ ਹੈ। ਆਓ ਹੁਣ ਕੁਝ ਪ੍ਰਸ਼ਨ ਉੱਤਰ ਵੇਖਦੇ ਹਾਂ। ਪ੍ਰਸ਼ਨ ਪਹਿਲਾ, ਤੁਸੀਂ ਸਕਰੀਨ ਤੇ ਜਿਹੜਾ ਫੰਕਸ਼ਨਲ ਗਰੁੱਪ ਵੇਖ ਰਹੇ ਹੋ ਉਸ ਦਾ ਨਾਮ ਦੱਸੋ। ਉੱਤਰ ਹੈ, ਅਸੀਂ ਸਕਰੀਨ ਤੇ ਕਾਰਬੋਨਾਈਲ ਗਰੁੱਪ ਵੇਖ ਰਹੇ ਹਾਂ। ਮੇਰਾ ਅਗਲਾ ਪ੍ਰਸ਼ਨ ਹੈ, ਬੱਚਿਓ ਕੀ ਤੁਸੀਂ ਫਾਰਮੈਲਡੀਹਾਈਡ
ਜਾਂ ਮਿਥਾਨਲ ਦਾ ਬਣਤਰੀ ਫਾਰਮੂਲਾ ਲਿਖ ਸਕਦੇ ਹੋ? ਉੱਤਰ ਹੈ ਫਾਰਮੈਲਡੀਹਾਈਡ ਜਾਂ ਮਿਥਾਨਲ ਦਾ ਬਣਤਰੀ ਫਾਰਮੂਲਾ ਇਹ ਹੈ। ਮੇਰਾ ਅਗਲਾ ਪ੍ਰਸ਼ਨ ਹੈ, ਸਕਰੀਨ ਤੇ ਵਿਖਾਏ ਜਾ ਰਹੇ ਫੰਕਸ਼ਨਲ ਗਰੁੱਪ ਨੂੰ ਪਛਾਣੋ। ਤੇ ਉੱਤਰ ਹੈ ਇਹ ਐਲਡੀਹਾਈਡ ਫੰਕਸ਼ਨਲ ਗਰੁੱਪ ਹੈ। ਅਗਲਾ ਪ੍ਰਸ਼ਨ, ਐਲਡੀਹਾਈਡ ਦਾ ਆਮ ਸੂਤਰ ਦੱਸੋ। ਉੱਤਰ, ਐਲਡੀਹਾਈਡ ਦਾ ਆਮ ਸੂਤਰ CnH2n+1 CHO ਹੈ। ਮੇਰਾ ਅਗਲਾ ਪ੍ਰਸ਼ਨ ਹੈ, ਸਕਰੀਨ ਤੇ ਵਿਖਾਏ ਜਾ ਰਹੇ ਕਾਰਬਨਿਕ ਯੌਗਿਕ ਨੂੰ ਪਛਾਣੋ। ਤੇ ਉੱਤਰ ਹੈ ਇਹ ਐਸੀਟੋਨ ਹੈ। ਅਗਲਾ ਪ੍ਰਸ਼ਨ ਹੈ, ਐਸੀਟੋਨ ਦੇ ਦੋ ਭੌਤਿਕ ਗੁਣ ਦੱਸੋ ਅਤੇ ਇਸ ਦਾ ਉੱਤਰ ਹੈ ਇਸ ਦੀ ਪਿੰਨੀ ਸੁਗੰਧ ਹੁੰਦੀ ਹੈ। ਇਹ 56 ਡਿਗਰੀ ਸੈਲਸੀਅਸ ਤੇ ਉਬਲਦਾ ਹੈ। ਅਗਲਾ ਪ੍ਰਸ਼ਨ ਹੈ, ਐਸੀਟੋਨ ਦੇ ਉਪਯੋਗ ਲਿਖੋ ਅਤੇ ਇਸ ਦਾ ਉੱਤਰ ਹੈ ਬੱਚਿਓ ਇਹ ਸੈਲੂਲੋਜ਼ ਨਾਈਟ੍ਰੇਟ ਅਤੇ ਰੇਜ਼ਿੰਗ ਲਈ ਘੋਲਕ ਵਜੋਂ ਵਰਤਿਆ ਜਾਂਦਾ ਹੈ। ਇਹ ਕਲੋਰੋਫਾਰਮ, ਆਈਡੋਫਾਰਮ ਦੀ ਤਿਆਰੀ ਲਈ ਵੀ ਵਰਤਿਆ ਜਾਂਦਾ ਹੈ। ਮੇਰਾ ਅਗਲਾ ਪ੍ਰਸ਼ਨ ਹੈ, ਇਥਾਨੋਇਕ ਐਸਿਡ ਦੇ ਭੌਤਿਕ ਗੁਣ ਲਿਖੋ ਅਤੇ ਇਸ ਦਾ ਉੱਤਰ ਹੈ ਇਹ ਇੱਕ ਰੰਗਹੀਨ ਅਤੇ ਤਿੱਖੀ ਗੰਧ ਵਾਲਾ ਤਰਲ ਪਦਾਰਥ ਹੈ। ਇਹ 16.5 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ਤੇ ਠੋਸ ਅਵਸਥਾ ਵਿੱਚ ਬਦਲਦਾ ਹੈ। ਇਹ 118 ਡਿਗਰੀ ਸੈਲਸੀਅਸ ਤਾਪਮਾਨ ਤੇ ਉਬਲਦਾ ਹੈ। ਇਹ ਪਾਣੀ ਵਿੱਚ ਘੁਲਣਸ਼ੀਲ ਹੁੰਦਾ ਹੈ।